Kanchan Outlook। ਮਹਿਲਾ ਪੰਜਵਾਂ। ਜੀਵਨ ਪਦ ਨਿਰਵਾਨ ਇੱਕੋ ਸਿਮਰੀਐ, ਦੂਜੀ ਨਾਹੀ ਜਾਏ ਕਿਨ ਬਿਦ ਧੀਰੀਐ। ਜੀਵਨ ਪਦ ਤੋਂ ਭਾਵ ਜ਼ਿੰਦਗੀ ਦਾ ਅਸਲ ਦਰਜਾ। ਗੁਰੂ ਜੀ ਕਹਿੰਦੇ ਕਿ ਜੇ ਵਾਸ਼ਨਾ ਰਹਿਤ ਨਿਰਵਾਨ ਭਾਵ ਵਾਸ਼ਨਾ ਰਹਿਤ ਪ੍ਰਭੂ ਨੂੰ ਸਿਮਰੀਏ ਤਾਂ ਜ਼ਿੰਦਗੀ ਦਾ ਅਸਲ ਦਰਜਾ ਹਾਸਲ ਹੁੰਦਾ ਹੈ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਦੂਜੀ ਕੋਈ ਐਸੀ ਥਾਂ ਨਹੀਂ। ਦੂਜੀ ਨਾ ਹੀ ਜਾਏ ਕਿਨ ਬਿਦ ਧੀਰੀਐ, ਜਿਹਦੇ ਨਾਲ ਕਿ ਮਨ ਨੂੰ ਟਿਕਾਣੇ 'ਤੇ ਲਿਆਂਦਾ ਜਾ ਸਕੇ, ਮਨ ਨੂੰ ਟਿਕਾਇਆ ਜਾ ਸਕੇ। ਅੱਜ ਦੇ ਅੰਗ ਦੀ ਬਾਣੀ ਦੀ ਸ਼ੁਰੂਆਤ ਦੇ ਵਿੱਚ ਹੀ ਇੱਕ ਬੜਾ ਹੀ ਵੱਡਾ ਸਬਕ ਸਾਨੂੰ ਸਿੱਖਣ ਨੂੰ ਮਿਲ ਗਿਆ ਹੈ। ਜੀਵਨ ਦਾ ਅਸਲ ਦਰਜਾ ਪਰਮਾਤਮਾ ਨੂੰ ਸਿਮਰਿਆ ਮਿਲਦਾ ਹੈ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਐਸੀ ਕੋਈ ਥਾਂ ਨਹੀਂ ਜਿਸ ਦੇ ਰਾਹੀਂ ਮਨ ਨੂੰ ਟਿਕਾਇਆ ਜਾ ਸਕੇ। ਤੋਂ ਇਹਦਾ ਭਾਵ ਕੀ ਹੋਇਆ ਕਿ ਮਨ ਨੂੰ ਟਿਕਾ ਲੈਣਾ ਹੀ ਜੀਵਨ ਦਾ ਅਸਲ ਦਰਜਾ ਹੈ। ਜੇਕਰ ਅਸੀਂ ਆਪਣੇ ਮਨ ਨੂੰ ਟਿਕਾ ਲਿਆ ਤੇ ਸਮਝੋ ਜੀਵਨ ਦਾ ਅਸਲ ਦਰਜਾ ਹਾਸਲ ਕਰ ਲਿਆ। ਤੇ ਮਨ ਨੂੰ ਟਿਕਾਉਣਾ ਪਰਮਾਤਮਾ ਦਾ ਸਿਮਰਨ ਕਰਕੇ ਹੀ ਹੋ ਸਕਦਾ ਹੈ। ਅੱਗੇ ਗੁਰੂ ਜੀ ਸਾਨੂੰ ਇਸੇ ਸਬਕ ਦੀ ਹੋਰ ਸਪਸ਼ਟਤਾ ਬਖਸ਼ਦੇ ਹਨ ਤੇ ਲਿਖਦੇ ਹਨ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤਨ ਧਨ ਹੋਸੀ ਸ਼ਾਰ ਜਾਣੈ ਕੋਈ ਜਨ। ਕਹਿੰਦੇ ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ ਹੈ ਕਿਤੇ। ਤੇ ਗੱਲ ਸੱਚ ਵੀ ਹੈ। ਦੁਨੀਆਦਾਰੀ ਦੇ ਨਾਲ ਜਿੰਨਾ ਮੋਹ ਵਧਾਉਂਦੇ ਹਾਂ ਉਨਾ ਹੀ ਸੁੱਖ ਤੋਂ ਦੂਰ ਚਲੇ ਜਾਂਦੇ ਹਾਂ, ਕਿਉਂਕਿ ਦੁਨੀਆਦਾਰੀ ਦੇ ਵਿੱਚ ਕਦੇ ਤ੍ਰਿਪਤੀ ਨਹੀਂ ਹੈ। ਤੇ ਇਹ ਸਿਰਫ ਗੁਰਬਾਣੀ ਨਹੀਂ ਕਹਿੰਦੀ, ਵਿਗਿਆਨ ਇਸ ਗੱਲ ਦਾ ਹੁੰਗਾਰਾ ਭਰਦਾ ਹੈ। ਸਾਡੇ ਦਿਮਾਗ ਦੇ ਵਿੱਚ ਅਜਿਹੀਆਂ ਪ੍ਰਕਿਰਿਆਵਾਂ ਚੱਲਦੀਆਂ ਨੇ ਜਿਹੜੀਆਂ ਤ੍ਰਿਪਤ ਸਾਨੂੰ ਹੋਣ ਨਹੀਂ ਦਿੰਦੀਆਂ। ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਹਾਸਲ ਕਰਦੇ ਹਾਂ ਸਾਨੂੰ ਖੁਸ਼ੀ ਹੁੰਦੀ ਹੈ, ਪਰ ਉਹ ਖੁਸ਼ੀ ਬੀਤ ਜਾਣ ਤੋਂ ਬਾਅਦ, ਯਾਨੀ ਕਿ ਉਸ ਚੀਜ਼ ਦੇ ਮਿਲਣ ਦਾ ਅਸਰ ਖਤਮ ਹੋ ਜਾਣ ਤੋਂ ਬਾਅਦ ਜੋ ਸਾਡਾ ਮਾਨਸਿਕ ਪੱਧਰ ਸੀ ਉਹਦੇ ਨਾਲੋਂ ਥੋੜ੍ਹਾ ਜਿਹਾ ਘਟ ਜਾਂਦਾ ਹੈ। ਤਾਂ ਅਗਲੀ ਵਾਰ ਸਾਨੂੰ ਉਹਦੇ ਤੋਂ ਥੋੜ੍ਹੀ ਵੱਡੀ ਖੁਸ਼ੀ ਮਿਲੂ ਤਾਂ ਸਾਨੂੰ ਜਾ ਕੇ ਉਸ ਪੱਧਰ ਦੀ ਖੁਸ਼ੀ ਮਹਿਸੂਸ ਹੋਊ ਜੋ ਪਹਿਲੀ ਵਾਰ ਹੋਈ ਸੀ। ਤੇ ਇਹ ਸਿਲਸਿਲਾ ਇੱਦਾਂ ਹੀ ਚੱਲਦਾ ਰਹਿੰਦਾ ਹੈ। ਇਸੇ ਲਈ ਹੀ ਦੁਨੀਆਦਾਰੀ ਦੇ ਮੋਹ ਦੇ ਵਿੱਚ ਕਦੇ ਵੀ ਤ੍ਰਿਪਤੀ ਸਾਨੂੰ ਹਾਸਲ ਨਹੀਂ ਹੁੰਦੀ, ਕਿਉਂਕਿ ਇੱਕ ਚੀਜ਼ ਹਾਸਲ ਕਰਦੇ ਹਾਂ ਸਾਨੂੰ ਖੁਸ਼ੀ ਦਿੰਦੀ ਹੈ, ਅਗਲੀ ਚੀਜ਼ ਉਹਨੂੰ ਵੱਡੀ ਹੋਣੀ ਪੈਂਦੀ ਹੈ ਤਾਂ ਅਸੀਂ ਖੁਸ਼ ਹੁੰਦੇ ਹਾਂ। ਜੇ ਉਹੀ ਚੀਜ਼ ਉਹਦੇ ਬਰਾਬਰ ਦੀ ਚੀਜ਼ ਸਾਨੂੰ ਬਾਰ-ਬਾਰ ਮਿਲੀ ਜਾਏ ਤਾਂ ਉਹਦੀ ਖੁਸ਼ੀ ਸਾਨੂੰ ਹੋਣੋਂ ਬੰਦ ਹੋ ਜਾਂਦੀ ਹੈ ਥੋੜ੍ਹਾ ਸਮਾਂ ਪਾ ਕੇ। ਇੱਕ ਨੌਕਰੀ ਪੇਸ਼ਾ ਆਦਮੀ ਦੀ ਉਦਾਹਰਣ ਲੈ ਲਵੋ। ਜਦ ਉਹਦੀ ਨੌਕਰੀ ਲੱਗੇ ਪਹਿਲੀ ਤਨਖਾਹ ਮਿਲੇ ਅਤਿਅੰਤ ਖੁਸ਼ੀ ਹੁੰਦੀ ਹੈ, ਦੂਜੀ ਤਨਖਾਹ ਵੇਲੇ ਵੀ ਕਾਫੀ ਖੁਸ਼ੀ ਹੁੰਦੀ ਹੈ, ਤੀਜੀ ਚੌਥੀ ਵੇਲੇ ਤੱਕ ਉਹ ਸਿਲਸਿਲਾ ਆਮ ਜਿਹਾ ਲੱਗਣ ਲੱਗਦਾ ਹੈ। ਖੁਸ਼ੀ ਓਨੀ ਨਹੀਂ ਹੁੰਦੀ। ਇਹ ਲੱਗਣ ਲੱਗਦਾ ਹੈ ਕਿ ਹਾਂ ਤਨਖਾਹ ਮਿਲਣੀ ਹੈ, ਪੈਸਾ ਆਊਗਾ, ਖਰਚੇ ਪੂਰੇ ਕਰਾਂਗੇ ਬਸ। ਪਰ ਉਹ ਖੁਸ਼ੀ ਜੋ ਪਹਿਲੀ ਤਨਖਾਹ 'ਤੇ ਮਿਲੀ ਸੀ ਉਹ ਨਹੀਂ ਆਉਂਦੀ। ਫਿਰ ਸਾਲ ਬਾਅਦ 2 ਸਾਲ ਬਾਅਦ ਜਦ ਵੀ ਤਨਖਾਹ ਵੱਧ ਜਾਏ, ਇਨਕਰੀਮੈਂਟ ਲੱਗ ਜਾਏ, ਫਿਰ ਬੜੀ ਖੁਸ਼ੀ ਹੁੰਦੀ ਹੈ। ਉਹ ਵਧੀ ਹੋਈ ਤਨਖਾਹ ਵੀ ਪਹਿਲੇ 1-2 ਵਾਰ ਜਦ ਮਿਲਦੀ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ, ਫਿਰ ਉਹ ਸਿਲਸਿਲਾ ਆਮ ਜਿਹਾ ਹੋ ਜਾਂਦਾ ਹੈ। ਤਾਂ ਦੁਨੀਆਦਾਰੀ ਦਾ ਇਹੀ ਚੱਕਰ ਹੈ, ਅਸੀਂ ਤ੍ਰਿਪਤ ਨਹੀਂ ਹੋ ਪਾਉਂਦੇ। ਪਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਜਦੋਂ ਅਸੀਂ ਖੁਸ਼ੀ ਹਾਸਲ ਕਰਨ ਲੱਗ ਗਏ ਤਾਂ ਉਹ ਇੱਕ ਅਜਿਹੀ ਅਵਸਥਾ ਬਣ ਜਾਂਦੀ ਹੈ ਜਿਹਦੇ ਵਿੱਚ ਨਾ ਕੁਝ ਘੱਟ ਹੈ ਨਾ ਕੁਝ ਜ਼ਿਆਦਾ, ਸਿਰਫ ਨਾਮ ਹੈ। ਨਾਮ ਦਾ ਜੋ ਪੱਧਰ ਹੈ ਉਹ ਨਾਮ ਦਾ ਪੱਧਰ ਹੈ। ਇਹ ਨਹੀਂ ਕਿ ਅੱਜ ਘੱਟ ਤੇ ਕੱਲ੍ਹ ਜ਼ਿਆਦਾ। ਉਸ ਪੱਧਰ ਤੋਂ ਜੇ ਸਾਨੂੰ ਖੁਸ਼ੀ ਮਿਲ ਜਾਏ ਅੱਗੇ ਜ਼ਿਆਦਾ ਦੀ ਲਾਲਸਾ ਹੀ ਨਹੀਂ ਹੁੰਦੀ। ਇਸੇ ਕਰਕੇ ਅਸੀਂ ਤ੍ਰਿਪਤ ਹੋ ਜਾਂਦੇ ਆ। ਇਸੇ ਕਰਕੇ ਹੀ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤਨ ਧਨ ਹੋਸੀ ਸ਼ਾਰ ਜਾਣੈ ਕੋਈ ਜਨ। ਇਹ ਤਨ ਤੇ ਧਨ ਸਵਾਹ ਹੋ ਜਾਣੇ ਨੇ, ਪਰ ਗੁਰੂ ਜੀ ਕਹਿੰਦੇ ਇਹ ਗੱਲ ਕੋਈ ਵਿਰਲਾ ਮਨੁੱਖ ਹੀ ਸਮਝਦਾ ਹੈ। ਰੰਗ ਰੂਪ ਰਸ ਬਾਦ ਕੇ ਕਰੇ ਪ੍ਰਾਣੀਆਂ। ਹੇ ਪ੍ਰਾਣੀ, ਤੂੰ ਕੀ ਕਰ ਰਿਹਾ ਹੈ? ਤੂੰ ਇਹ ਕਿਉਂ ਨਹੀਂ ਸਮਝਦਾ ਕਿ ਰੰਗ ਰੂਪ ਤੇ ਰਸ ਸਭ ਵਿਅਰਥ ਨੇ? ਇਹਨਾਂ ਦੇ ਪਿੱਛੇ ਲੱਗਿਆਂ ਮਨ ਦਾ ਟਿਕਾਓ ਹਾਸਲ ਨਹੀਂ ਹੁੰਦਾ, ਜਿਵੇਂ ਕਿ ਅਸੀਂ ਹੁਣੇ ਵਿਆਖਿਆ ਕਰਕੇ ਹਟੇ ਹਾਂ, ਬਿਆਨ ਕਰਕੇ ਹਟੇ ਹਾਂ।
ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਐ। ਕਲ ਤੋਂ ਭਾਵ ਸ਼ਾਂਤੀ ਦੀ ਸਾਰ, ਜਿਸ ਮਨੁੱਖ ਨੂੰ ਪ੍ਰਭੂ ਆਪ ਕੁਰਾਹੇ ਪਾ ਦਿੰਦਾ ਹੈ। ਪ੍ਰਾਣੀਆਂ ਦਾ ਕੋਈ ਦੋਸ਼ ਨਹੀਂ ਇਹਦੇ ਵਿੱਚ। ਜਿਸ ਪ੍ਰਾਣੀ ਨੂੰ ਪ੍ਰਭੂ ਆਪ ਕੁਰਾਹੇ ਪਿਲਾ ਦਿੰਦਾ ਹੈ, ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ, ਉਹ ਸ਼ਾਂਤੀ ਦੀ ਸਾਰ ਸਮਝ ਹੀ ਨਹੀਂ ਪਾਉਂਦਾ। ਉਹ ਇਹ ਗੱਲ ਸਮਝ ਹੀ ਨਹੀਂ ਪਾਉਂਦਾ ਕਿ ਅਸਲ ਸ਼ਾਂਤੀ, ਅਸਲ ਟਿਕਾਓ ਮਿਲਦਾ ਕਿੱਥੋਂ ਹੈ, ਤੇ ਦੁਨੀਆਦਾਰੀ ਦੇ ਮੋਹ ਦੇ ਵਿੱਚ ਹੀ ਫਸਿਆ ਰਹਿੰਦਾ ਹੈ। ਰੰਗ ਰੱਤੇ ਨਿਰਵਾਣ ਸੱਚਾ ਗਾਵਹੀ, ਜੋ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ ਹਨ, ਉਹ ਸਦਾ ਕਾਇਮ ਰਹਿਣ ਵਾਲੇ ਤੇ ਵਾਸ਼ਨਾ ਰਹਿਤ ਪ੍ਰਭੂ ਨੂੰ ਗਾਉਂਦੇ ਹਨ, ਉਹਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ। ਨਾਨਕ ਸ਼ਰਨ ਦੁਆਰ ਜੇ ਤੁਧ ਭਾਵਹੀ। ਹੇ ਨਾਨਕ, ਉਸ ਪ੍ਰਮਾਤਮਾ ਦੇ ਅੱਗੇ ਰਜ਼ੋਈ ਕਰ ਕਿ ਜੇ ਤੈਨੂੰ ਚੰਗੇ ਲੱਗਣ ਤਾਂ ਜੀਵ ਤੇਰੇ ਦਰ ਤੇ ਤੇਰੀ ਸ਼ਰਨ ਦੇ ਵਿੱਚ ਆਉਂਦੇ ਹਨ। ਪੌੜੀ। ਜੰਮਣ ਮਰਨ ਨਾ ਤਿਨ ਕਉ, ਜੋ ਹਰ ਲੜ ਲਾਗੇ, ਜੀਵਤ ਸੇ ਪ੍ਰਵਾਨ ਹੋਏ, ਹਰ ਕੀਰਤਨ ਜਾਗੇ। ਜੋ ਮਨੁੱਖ ਪ੍ਰਮਾਤਮਾ ਦਾ ਆਸਰਾ ਲੈਂਦੇ ਹਨ, ਉਹਨਾਂ ਲਈ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ। ਉਹ ਮਨ ਦੇ ਸਥਿਰ ਧਰਾਤਲ ਨੂੰ ਹਾਸਲ ਕਰ ਲੈਂਦੇ ਨੇ। ਜੋ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜਾਗ ਜਾਂਦੇ ਨੇ, ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਲੱਗਦੇ ਨੇ, ਉਹ ਵਿਕਾਰਾਂ ਤੋਂ ਬਚੇ ਰਹਿੰਦੇ ਨੇ। ਉਹ ਜਿਉਂਦੇ ਜੀ ਹੀ ਪ੍ਰਮਾਤਮਾ ਦੀ ਦਰਗਾਹ 'ਤੇ ਪ੍ਰਵਾਨ ਹੋ ਜਾਂਦੇ ਨੇ। ਸਾਧ ਸੰਗ ਜਿਨ ਪਾਇਆ ਸੇਈ ਵਡਭਾਗੇ। ਜਿਨ੍ਹਾਂ ਮਨੁੱਖਾਂ ਨੇ ਗੁਰਮੁਖਾਂ ਦੀ ਸੰਗਤ ਹਾਸਲ ਕੀਤੀ, ਉਹ ਵੱਡੇ ਭਾਗਾਂ ਵਾਲੇ ਹਨ। ਨਾਏ ਵਿਸਰਿਆ ਧ੍ਰਿਗ ਜੀਵਣਾ, ਟੂਟੇ ਕੱਚ ਧਾਗੇ। ਜਿਨ੍ਹਾਂ ਦੇ ਮਨਾਂ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਵਿਸਰ ਜਾਏ, ਉਹਨਾਂ ਦਾ ਜਿਉਣਾ ਧ੍ਰਿਗ ਹੋ ਜਾਂਦਾ ਹੈ, ਫਿਟਕਾਰਯੋਗ ਹੋ ਜਾਂਦਾ ਹੈ। ਉਹ ਟੁੱਟੇ ਹੋਏ ਕੱਚੇ ਧਾਗੇ ਵਾਂਗ ਹੋ ਜਾਂਦੇ ਨੇ, ਜੋ ਕਿ ਵਿਅਰਥ ਹੈ। ਪੱਕਾ ਧਾਗਾ ਹੋਏ ਟੁੱਟ ਜਾਏ, ਗੰਢ ਮਾਰੀ ਜਾ ਸਕਦੀ ਹੈ। ਕੱਚਾ ਧਾਗਾ ਟੁੱਟ ਜਾਏ ਤੇ ਉਹਦੀ ਗੰਢ ਵੀ ਕੱਚੀ ਜਿਹੀ ਹੀ ਰਹਿ ਜਾਂਦੀ ਹੈ, ਉਹ ਵਿਅਰਥ ਹੋ ਜਾਂਦਾ ਹੈ। ਪਹਿਲਾਂ ਹੀ ਕੱਚਾ ਸੀ, ਉੱਤੋਂ ਗੰਢ ਪੈ ਜਾਂਦੀ ਹੈ, ਹੋਰ ਵੀ ਕੱਚਾ ਹੋ ਜਾਂਦਾ ਹੈ। ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੇ। ਇਹ ਨਾਨਕ, ਗੁਰਮੁਖਾਂ ਦੇ ਚਰਨਾਂ ਦੀ ਧੂੜ ਪਵਿੱਤਰ ਹੈ, ਲੱਖਾਂ ਕਰੋੜਾਂ ਪ੍ਰਯਾਗ ਆਦਿਕ ਤੀਰਥਾਂ ਦੇ ਨਾਲੋਂ ਵੀ ਅਧਿਕ ਪਵਿੱਤਰ ਹੈ। ਸ਼ਲੋਕ ਮਹਿਲਾ ਪੰਜਵਾਂ। ਧਰਨ ਸਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ, ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਜਿਸ ਮਨ ਵਿੱਚ ਪਿਆਰ ਸਰੂਪ ਹਰੀ ਅਕਾਲ ਪੁਰਖ ਵਸ ਪੈਂਦਾ ਹੈ, ਹਰ ਪ੍ਰੇਮ ਪੁਰਖ ਮਨ ਬੁੱਠਾ, ਉਹ ਮਨ ਉਸ ਧਰਤੀ ਵਰਗਾ ਹੋ ਜਾਂਦਾ ਹੈ ਜਿਸ ਤੇ ਘਾਹ ਲੱਗਿਆ ਹੋਏ, ਘਾਹ ਦੇ ਉੱਪਰ ਤਰੇਲ ਪਈ ਹੋਏ ਤੇ ਤਰੇਲ ਦੀਆਂ ਬੂੰਦਾਂ ਮੋਤੀਆਂ ਵਰਗੀਆਂ ਹੋਣ। ਮੋਤੀ ਰੂਪ ਤਰੇਲ ਦੀਆਂ ਬੂੰਦਾਂ ਨੇ ਘਾਹ ਨਾਲ ਜੜੀ ਹੋਈ ਧਰਤੀ ਨੂੰ ਸ਼ਿੰਗਾਰਿਆ ਹੋਵੇ, ਜਿਵੇਂ ਉਹ ਮਨ ਉਸ ਪ੍ਰਕਾਰ ਦਾ ਹੋ ਜਾਂਦਾ ਜਿੱਥੇ ਪ੍ਰਮਾਤਮਾ ਆ ਵਸੇ, ਜਿੱਥੇ ਪ੍ਰਮਾਤਮਾ ਪਿਆਰਾ ਲੱਗਣ ਲੱਗੇ। ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਜਿਸ ਮਨੁੱਖ ਉੱਤੇ ਗੁਰੂ ਸਤਿਗੁਰੂ ਨਾਨਕ ਤਰੁੱਠਦਾ ਹੈ, ਖੁਸ਼ ਹੋ ਜਾਂਦਾ ਹੈ, ਉਹਦੇ ਸਾਰੇ ਕੰਮ ਸੌਖੇ ਹੋ ਜਾਂਦੇ ਨੇ। ਉਹਨੂੰ ਕੋਈ ਵੀ ਕਾਰਜ ਔਖਾ ਨਹੀਂ ਲੱਗਦਾ। ਦੁਨੀਆ ਦੇ ਵਿੱਚ ਦੁਨੀਆਦਾਰੀ ਤੋਂ ਵੱਖ ਨਹੀਂ ਹੋ ਸਕਦੇ। ਦੁਨੀਆਦਾਰੀ ਦੇ ਨਾਲ ਆਪਣਾ ਮੋਹ ਜ਼ਰੂਰ ਤੋੜ ਸਕਦੇ ਹਾਂ, ਮੋਹ ਤੋਂ ਬਚ ਸਕਦੇ ਹਾਂ, ਵੱਖ ਨਹੀਂ ਹੋ ਸਕਦੇ। ਦੁਨੀਆਦਾਰੀ ਦੇ ਵਿੱਚ ਵਿਚਰਦੇ ਹੋਏ ਦੁਨੀਆਦਾਰੀ ਵਾਲੇ ਕੰਮ ਸਾਨੂੰ ਜ਼ਰੂਰ ਕਰਨੇ ਪੈਣਗੇ, ਪਰ ਉਹ ਕੰਮ ਔਖੇ ਲੱਗਣੋਂ ਹਟ ਜਾਂਦੇ ਆ ਜੇ ਗੁਰੂ ਦੀ ਮਿਹਰ ਸਾਡੇ ਤੇ ਹੋ ਜਾਏ ਤਾਂ। ਮਨ ਦੇ ਵਿੱਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਪ੍ਰਮਾਤਮਾ ਦੀ ਰਜ਼ਾ ਹੈ, ਪ੍ਰਮਾਤਮਾ ਦਾ ਹੁਕਮ ਹੈ ਮੇਰੇ ਲਈ ਕਿ ਮੈਂ ਇਹ ਕਾਰਜ ਕਰਾਂ, ਸੋ ਮੈਨੂੰ ਇਹ ਕਾਰਜ ਕਰਨਾ ਚਾਹੀਦਾ ਹੈ। ਕਿਸੇ ਵੀ ਪ੍ਰਕਾਰ ਦੀ ਉੱਥੇ ਕਮੀ ਨਹੀਂ ਹੁੰਦੀ, ਕੋਈ ਗਿਲਾ ਸ਼ਿਕਵਾ ਨਹੀਂ ਹੁੰਦਾ ਤੇ ਕੋਈ ਝਾਕ ਵੀ ਨਹੀਂ ਹੁੰਦੀ। ਉਹ ਮਨੁੱਖ ਜਿਹਦੇ ਤੇ ਗੁਰੂ ਪ੍ਰਸੰਨ ਹੋ ਜਾਏ, ਆਪਣੀ ਦੁਨੀਆ ਦੇ ਵਿੱਚ ਵਿਚਰਦਾ ਹੋਇਆ ਕਾਰਜ ਇਸ ਕਰਕੇ ਕਰਦਾ ਹੈ ਕਿ ਉਹਨੂੰ ਉਹ ਕਾਰਜ ਕਰਨ ਦਾ ਹੁਕਮ ਪ੍ਰਮਾਤਮਾ ਦਾ ਹੁਕਮ ਲੱਗਦਾ ਹੈ। ਇਸ ਕਰਕੇ ਨਹੀਂ ਕਰਦਾ ਕਿ ਉਹ ਕਾਰਜ ਕਰੇਗਾ ਤੇ ਉਹਨੂੰ ਕੁਝ ਮਿਲੇਗਾ, ਕੁਝ ਮਿਲਣ ਦੀ ਝਾਕ ਨਹੀਂ ਹੁੰਦੀ। ਮਿਲਣ ਦੀ ਝਾਕ ਦੇ ਵਿੱਚ ਆ ਕੇ ਕੰਮ ਕਰਦੇ ਆ ਤਾਂ ਦੁਨੀਆ ਦੇ ਮੋਹ ਵਿੱਚ ਆ ਕੇ ਕੰਮ ਕਰਦੇ ਆ, ਤੇ ਦੁਨੀਆ ਦੇ ਮੋਹ ਦੇ ਵਿੱਚ ਆ ਕੇ ਕੰਮ ਕਰਦੇ ਆ ਤਾਂ ਮਨ ਦਾ ਟਿਕਾਓ ਹਾਸਲ ਨਹੀਂ ਕਰ ਸਕਦੇ।
ਪਰ ਜ਼ਾਹਿਰ ਜੀ ਗੱਲ ਹੈ, ਕਾਰਜ ਕਰਾਂਗੇ ਉਹਦਾ ਰਿਵਾਰਡ, ਉਹਦਾ ਇਨਾਮ ਤੇ ਮਿਲੇਗਾ ਹੀ। ਜੇਕਰ ਅਸੀਂ ਜਿਵੇਂ ਸ਼ੁਰੂਆਤ ਦੇ ਵਿੱਚ ਇੱਕ ਨੌਕਰੀ ਪੇਸ਼ਾ ਇਨਸਾਨ ਦੀ ਉਦਾਹਰਣ ਲਈ, ਨੌਕਰੀ ਕਰ ਰਿਹਾ ਹੈ, ਕੰਮ ਕਰ ਰਿਹਾ ਹੈ, ਤਾਂ ਤਨਖਾਹ ਤੇ ਮਿਲੇਗੀ ਹੀ ਮਿਲੇਗੀ। ਪਰ ਕੀ ਉਹਦਾ ਤਨਖਾਹ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ ਜਾਂ ਨਹੀਂ? ਜੇ ਗੁਰੂ ਵਾਲਾ ਹੈ, ਉਹਦਾ ਤਨਖਾਹ ਨਾਲ ਮੋਹ ਨਹੀਂ, ਪਰ ਕਾਰਜ ਇਸ ਕਰਕੇ ਕਰ ਰਿਹਾ ਕਿਉਂਕਿ ਗੁਰੂ ਦਾ ਹੁਕਮ ਹੈ, ਪਰਮਾਤਮਾ ਦਾ ਹੁਕਮ ਮੰਨਦਾ ਹੈ ਉਸ ਕਾਰਜ ਨੂੰ, ਤੇ ਉਸ ਕਾਰਜ ਦਾ ਇਨਾਮ ਉਹਨੂੰ ਮਿਲ ਵੀ ਜਾਂਦਾ। ਆਪਣੀ ਦੁਨੀਆਦਾਰੀ ਉਹਦੇ ਨਾਲ ਚਲਾਉਂਦਾ ਰਹਿੰਦਾ ਹੈ, ਮੋਹ ਦੇ ਵਿੱਚ ਨਹੀਂ ਪੈਂਦਾ। ਮਹਿਲਾ ਪੰਜਵਾਂ। ਫਿਰਦੀ ਫਿਰਦੀ ਦਹਿ ਦਿਸ਼ਾ, ਜਲ ਪਰਬਤ ਬਨਰਾਏ, ਜਿੱਥੈ ਡਿੱਠਾ ਮਿਰਤ ਕੋ ਇੱਲ ਬੈਠੀ ਆਏ। ਇੱਲ ਦੀ ਗੱਲ ਹੋ ਰਹੀ ਹੈ। ਗੁਰੂ ਜੀ ਕਹਿੰਦੇ ਕਿ ਦਸੀਂ ਪਾਸੀਂ ਦਰਿਆਵਾਂ, ਪਹਾੜਾਂ, ਰੁੱਖਾਂ, ਵਿਰਖਾਂ 'ਤੇ ਉੜਦੀ ਉੜਦੀ ਉੱਥੇ ਜਾ ਕੇ ਬਹਿੰਦੀ ਹੈ ਜਿੱਥੇ ਕੋਈ ਮਿਰਤਕ ਦੇਹ ਪਈ ਹੋਵੇ। ਉਹ ਦੇਹ ਭਾਵੇਂ ਇਨਸਾਨ ਦੀ ਹੋਵੇ, ਕਿਸੇ ਪੰਛੀ ਦੀ ਹੋਵੇ, ਕਿਸੇ ਪਸ਼ੂ ਦੀ ਹੋਵੇ। ਇੱਲ ਉੱਥੇ ਜਾ ਕੇ ਬਹਿੰਦੀ ਹੈ ਜਿੱਥੇ ਮੁਰਦਾ ਪਿਆ ਹੋਵੇ। ਤੇ ਇਸ ਉਦਾਹਰਣ ਦੇ ਰਾਹੀਂ ਗੁਰੂ ਜੀ ਸਾਨੂੰ ਦੱਸਣਾ ਇਹ ਚਾਹੁੰਦੇ ਨੇ ਕਿ ਜੋ ਗੁਰੂ ਤੋਂ ਬੇਮੁਖੇ ਹੋਏ ਹੁੰਦੇ ਨੇ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵਸ ਨਹੀਂ ਰਿਹਾ ਹੁੰਦਾ, ਉਹ ਦੁਨੀਆ ਦੇ ਵਿੱਚ ਦਸੀਂ ਪਾਸੀਂ ਭਟਕਦੇ ਭਟਕਦੇ ਆਖਿਰਕਾਰ ਆ ਕੇ ਵਿਕਾਰਾਂ 'ਤੇ ਹੀ ਡਿੱਗਦੇ ਨੇ। ਵਿਕਾਰ ਹੀ ਮਨ ਦੇ ਵਿੱਚ ਵਸਾਉਂਦੇ ਨੇ। ਦੁਨੀਆ ਦੀ ਭੀੜ ਦੇ ਵਿੱਚੋਂ, ਦੁਨੀਆ ਦੇ ਵਿੱਚ ਵਿਚਰਦੇ ਹੋਏ ਹਜ਼ਾਰਾਂ ਲੱਖਾਂ ਅਹਿਸਾਸਾਂ ਵਰਤਾਰਿਆਂ ਦੇ ਵਿੱਚੋਂ ਉਹ ਵਿਕਾਰ ਹੀ ਚੁਣਦੇ ਨੇ। ਪੌੜੀ। ਜਿਸ ਸਰਬ ਸੁੱਖਾ ਫਲ ਲੋੜੀਐ, ਸੋ ਸੱਚ ਕਮਾਵੋ, ਨੇੜੇ ਦੇਖੋ ਪਾਰ ਬ੍ਰਹਮ, ਇੱਕ ਨਾਮ ਧਿਆਵੋ। ਗੁਰੂ ਜੀ ਆਪਣੇ ਦਿਲ ਦੀ ਇੱਛਾ ਜ਼ਾਹਿਰ ਕਰਦੇ ਪਏ ਨੇ। ਕਹਿੰਦੇ ਕਿ ਜਿਸ ਪ੍ਰਮਾਤਮਾ ਪਾਸੋਂ ਸਾਰੇ ਸੁੱਖ ਤੇ ਫਲ ਮੰਗੀਦੇ ਹਨ, ਮੇਰਾ ਦਿਲ ਕਰਦਾ ਮੈਂ ਉਸ ਸੱਚੇ ਪ੍ਰਭੂ ਨੂੰ ਸਿਮਰਾਂ। ਜਿਸ ਸਰਬ ਸੁੱਖਾਂ ਫਲ ਲੋੜੀਐ, ਸੋ ਸੱਚ ਕਮਾਵੋ, ਨੇੜਾ ਦੇਖੋ ਪਾਰ ਬ੍ਰਹਮ, ਇੱਕ ਨਾਮ ਧਿਆਵੋ। ਮੈਂ ਉਸ ਪਾਰ ਬ੍ਰਹਮ ਨੂੰ ਸਦਾ ਆਪਣੇ ਅੰਗ ਸੰਗ ਆਪਣੇ ਹਾਜ਼ਰ ਨਾਜ਼ਰ ਜਾਣਾ ਤੇ ਉਸੇ ਇੱਕ ਪਰਮਾਤਮਾ ਦਾ ਨਾਮ ਸਿਮਰਾਂ। ਹੋਏ ਸਗਲ ਕੀ ਰੇਣੁਕਾ, ਹਰ ਸੰਗ ਸਮਾਵੋ। ਸਾਧ ਜਨਾਂ ਦੇ ਚਰਨਾਂ ਦੀ ਧੂੜ ਹੋ ਕੇ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਵਾਂ। ਦੁੱਖ ਨਾ ਦੇਈ ਕਿਸੈ ਜੀ, ਪਤ ਸਿਓ ਕਰ ਜਾਵੋ। ਕਿਸੇ ਵੀ ਜੀ ਨੂੰ ਦੁੱਖ ਨਾ ਦੇਵਾਂ, ਕਿਸੇ ਜੀਵ ਦਾ ਦਿਲ ਨਾ ਦੁਖਾਵਾਂ ਤੇ ਇੱਜ਼ਤ ਦੇ ਨਾਲ ਆਪਣੇ ਅਸਲੀ ਘਰ ਚਲਾ ਜਾਵਾਂ, ਇਸ ਦੁਨੀਆ ਤੋਂ ਰੁਖਸਤ ਹੋ ਜਾਵਾਂ। ਕੁਦਰਤ ਦਾ ਦਸਤੂਰ ਹੈ ਜਾਂ ਕਹਿ ਲਈਏ ਪਰਮਾਤਮਾ ਦਾ ਨਿਯਮ ਹੈ। ਜੇ ਤੁਸੀਂ ਜ਼ਿੰਦਗੀ ਭਰ ਕਿਸੇ ਦਾ ਚੰਗਾ ਨਹੀਂ ਕੀਤਾ, ਬੁਰਾ ਹੀ ਕਰਦੇ ਗਏ ਹੋ, ਬਥੇਰੇ ਜੀਵਾਂ ਦੇ ਦਿਲ ਦਿਖਾਉਂਦੇ ਗਏ ਹੋ, ਬੜੇ ਪਾਪ ਕਮਾਉਂਦੇ ਗਏ ਹੋ, ਤਾਂ ਜਦ ਤੁਹਾਡਾ ਆਖਰੀ ਸਮਾਂ ਆ ਜਾਂਦਾ ਹੈ, ਉਸ ਵਕਤ ਉਹ ਸਾਰੇ ਪਾਪ ਤੁਹਾਡੇ ਸਾਹਮਣੇ ਆਉਂਦੇ ਨੇ। ਤੁਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹੋ ਕਿ ਮੈਂ ਜ਼ਿੰਦਗੀ ਦੇ ਵਿੱਚ ਕਮਾਇਆ ਕੀ, ਖੱਟਿਆ ਕੀ। ਉਹ ਸਭ ਕੁਝ ਬੁਰੇ ਤੋਂ ਬੁਰਾ ਜੋ ਮੈਂ ਕਰਦਾ ਰਿਹਾ, ਉਹਦਾ ਮੈਨੂੰ ਲਾਭ ਕੀ ਹੋਇਆ? ਉਸ ਸਭ ਨਾਲ ਮੈਂ ਇਸ ਜੀਵਨ ਦੇ ਵਿੱਚ ਅਮਰ ਤੇ ਨਹੀਂ ਹੋ ਪਾਇਆ। ਅੱਜ ਇਸ ਦੁਨੀਆ ਨੂੰ ਛੱਡ ਕੇ ਜਾਣ ਲੱਗਿਆ। ਪਛਤਾਵਾ ਹੁੰਦਾ ਇਨਸਾਨ ਨੂੰ ਉਸ ਵਕਤ। ਤੇ ਜਦੋਂ ਕਿਸੇ ਦਾ ਦਿਲ ਨਾ ਦੁਖਾਇਆ ਹੋਵੇ ਤਾਂ ਬੰਦਾ ਸੁਰਖਰੂ ਹੁੰਦਾ ਹੈ। ਕਿਸੇ ਵੀ ਗੱਲ ਦਾ ਪਛਤਾਵਾ ਦਿਲ ਵਿੱਚ ਨਹੀਂ ਹੁੰਦਾ, ਇੱਜ਼ਤ ਦੇ ਨਾਲ ਇਸ ਦੁਨੀਆ ਤੋਂ ਚਲਾ ਜਾਂਦਾ ਹੈ। ਲੋਕ ਵੀ ਕੋਈ ਬੁਰੀਆਂ ਗੱਲਾਂ ਨਹੀਂ ਕਰਦੇ ਉਹਦੇ ਬਾਰੇ। ਬੁਰੇ ਇਨਸਾਨ ਬਾਰੇ ਲੋਕ ਵੀ ਕਹਿੰਦੇ ਨੇ ਕਿ ਸਾਰੀ ਉਮਰ ਇਸ ਬੰਦੇ ਨੇ ਕੋਈ ਚੱਜ ਦਾ, ਕੋਈ ਢੰਗ ਦਾ ਕੰਮ ਨਹੀਂ ਕੀਤਾ, ਬੁਰੇ ਤੋਂ ਬੁਰੇ ਕੰਮ ਹੀ ਕੀਤੇ ਨੇ। ਤਾਂ ਇੱਜ਼ਤ ਨਹੀਂ ਰਹਿ ਜਾਂਦੀ। ਤੁਸੀਂ ਜਾਂਦੇ ਹੋ ਪਰ ਇੱਜ਼ਤ ਨਾਲ ਨਹੀਂ ਜਾਂਦੇ। ਤੇ ਜੇ ਕਿਸੇ ਦਾ ਬੁਰਾ ਨਾ ਕੀਤਾ ਹੋਵੇ, ਦਿਲ ਨਾ ਦੁਖਾਇਆ ਹੋਵੇ, ਕੋਈ ਪਾਪ ਨਾ ਕਮਾਏ ਹੋਣ, ਇੱਜ਼ਤ ਦੇ ਨਾਲ ਤੁਸੀਂ ਆਪਣਾ ਜੀਵਨ ਭੋਗ ਕੇ ਅਗਲੇ ਪਾਸੇ ਨੂੰ ਚਲੇ ਜਾਂਦੇ ਹੋ। ਪਤਿਤ ਪੁਨੀਤ ਕਰਤਾ ਪੁਰਖ, ਨਾਨਕ ਸੁਣਾਵੋ। ਗੁਰੂ ਜੀ ਕਹਿੰਦੇ, ਹੇ ਨਾਨਕ, ਮੈਂ ਹੋਰਨਾਂ ਨੂੰ ਵੀ ਦੱਸਾਂ ਕਿ ਕਰਤਾਰ ਅਕਾਲ ਪੁਰਖ ਵਿਕਾਰਾਂ ਵਿੱਚ ਡਿੱਗਿਆਂ ਹੋਇਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਸ਼ਲੋਕ ਦੋਹਾ ਮਹਿਲਾ ਪੰਜਵਾਂ। ਇੱਕ ਜੇ ਸਾਜਨ ਮੈਂ ਕੀਆ, ਸਰਬ ਕਲਾ ਸਮਰੱਥ, ਜਿਉ ਹਮਾਰਾ ਖੰਨੀਐ, ਹਰ ਮਨ ਤਨ ਸੰਦੜੀ ਵੱਤ। ਗੁਰੂ ਜੀ ਕਹਿੰਦੇ, ਮੈਂ ਇੱਕ ਉਸ ਹਰੀ ਨੂੰ ਹੀ ਆਪਣਾ ਮਿੱਤਰ ਬਣਾਇਆ ਹੈ ਜੋ ਸਾਰੀਆਂ ਤਾਕਤਾਂ ਵਾਲਾ ਹੈ, ਜੋ ਸਰਬ ਕਲਾ ਸਮਰੱਥ ਹੈ। ਪਰਮਾਤਮਾ ਹੀ ਮਨ ਤੇ ਤਨ ਦੇ ਕੰਮ ਆਉਣ ਵਾਲੀ ਅਸਲੀ ਚੀਜ਼ ਹੈ। ਮੇਰੀ ਜਿੰਦ ਉਸ ਤੋਂ
सदके है। खन्नीए तो भाव सदके होना। महला पंजवा। जे कर गहै प्यारड़े तुद ना छोड़ा मूल, हर छोड़न से दुर्जना पड़ै तो जग कह सूल। हे अति प्यारे परमात्मा, जे तू मेरा हथ फड़ ले, जे तू मेरा हथ फड़ ले, मैं तेनू कदे ना छड्डां। जे कर गहै प्यारड़े तुद ना छोड़ा मूल। जो मनुख प्रभु ਨੂੰ ਵਿਸਾਰ ਦਿੰਦੇ ਹਨ, ਉਹ ਮੰਦ ਕਰਮੀ ਹੋ ਕੇ ਦੋਜ਼ਖ ਦੀ ਅਸਹਿ ਪੀੜ ਵਿੱਚ ਪੈਂਦੇ ਹਨ, ਪੀੜ ਨਾਲ ਤੜਫਦੇ ਹਨ। ਕਿਉਂਕਿ ਜੇ ਉਹਨਾਂ ਦਾ ਪ੍ਰਮਾਤਮਾ ਦੇ ਨਾਲ ਮੋਹ ਨਹੀਂ ਹੈ ਤਾਂ ਦੁਨੀਆ ਦੇ ਨਾਲ ਮੋਹ ਹੋਏਗਾ, ਤੇ ਦੁਨੀਆ ਦੇ ਨਾਲ ਮੋਹ ਹੋਏਗਾ ਤੇ ਪੀੜ ਸੁਭਾਵਿਕ ਹੈ, ਕਿਉਂਕਿ ਤ੍ਰਿਪਤੀ ਹੋਣੀ ਨਹੀਂ, ਤੇ ਜੇ ਤ੍ਰਿਪਤੀ ਨਹੀਂ ਹੋਣੀ ਤੇ ਪੀੜ ਹੋਏਗੀ। ਪੌੜੀ। ਸਭ ਨਿਧਾਨ ਘਰ ਜਿਸ ਦਾ, ਹਰ ਕਰੇ ਸੋ ਹੋਵੈ। ਜਿਸ ਪ੍ਰਮਾਤਮਾ ਦੇ ਘਰ ਵਿੱਚ ਸਾਰੇ ਖਜ਼ਾਨੇ ਹਨ, ਜੋ ਕੁਝ ਕਰਦਾ ਹੈ ਉਹੀ ਕਰਦਾ ਹੈ। ਇਸ ਸੰਸਾਰ ਦੇ ਵਿੱਚ ਜੋ ਹੁੰਦਾ ਹੈ ਉਸ ਪ੍ਰਮਾਤਮਾ ਦਾ ਵਰਤਾਇਆ ਹੋਇਆ ਹੀ ਹੁੰਦਾ ਹੈ। ਜਪ ਜਪ ਜੀਵੈ ਸੰਤ ਜਨ, ਪਾਪਾ ਮਲ ਧੋਵੈ। ਉਸ ਦੇ ਸੰਤ ਜਨ ਉਸ ਪ੍ਰਮਾਤਮਾ ਨੂੰ ਸਿਮਰ ਸਿਮਰ ਕੇ ਜਿਉਂਦੇ ਹਨ, ਤੇ ਇਸ ਪ੍ਰਕਾਰ ਆਪਣੇ ਮਨ ਤੋਂ ਪਾਪਾਂ ਦੀ ਸਾਰੀ ਮੈਲ ਧੋ ਲੈਂਦੇ ਹਨ। ਚਰਨ ਕਮਲ ਹਿਰਦੈ ਵਸੈ, ਸੰਕਟ ਸਭ ਖੋਵੈ। ਪ੍ਰਮਾਤਮਾ ਦੇ ਸੋਹਣੇ ਚਰਨ ਉਹਨਾਂ ਦੇ ਹਿਰਦੇ ਵਿੱਚ ਵਸੇ ਹੁੰਦੇ ਹਨ, ਤੇ ਪ੍ਰਮਾਤਮਾ ਉਹਨਾਂ ਦੇ ਸਾਰੇ ਹੀ ਸੰਕਟ, ਸਾਰੇ ਹੀ ਕਲੇਸ਼ ਨਾਸ ਕਰ ਦਿੰਦਾ ਹੈ। ਗੁਰ ਪੂਰਾ ਜਿਸ ਭੇਟੀਐ, ਮਰ ਜਨਮ ਨਾ ਰੋਵੈ। ਜਿਸ ਮਨੁੱਖ ਨੇ ਪੂਰੇ ਗੁਰੂ ਦਾ ਦਰਸ਼ਨ ਕਰ ਲਿਆ, ਜਿਹਨੂੰ ਪੂਰਾ ਗੁਰੂ ਮਿਲ ਗਿਆ, ਉਹਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਜਨਮ ਮਰਨ ਦੇ ਗੇੜ ਵਿੱਚ ਪੈ ਕੇ ਉਹ ਦੁਖੀ ਨਹੀਂ ਹੁੰਦਾ। ਪ੍ਰਭ ਦਰਸ਼ ਪਿਆਸ ਨਾਨਕ ਘਣੀ, ਕਿਰਪਾ ਕਰ ਦੇਵੈ। ਪ੍ਰਭੂ ਦੇ ਦਰਸ਼ਨ ਦੀ ਤਾਂਘ ਨਾਨਕ ਨੂੰ ਵੀ ਬੜੀ ਤੀਬਰ ਹੈ, ਪਰ ਉਹ ਆਪਣਾ ਦਰਸ਼ਨ ਆਪ ਹੀ ਮਿਹਰ ਕਰਕੇ ਦਿੰਦਾ ਹੈ। ਆਪਣੀ ਕਿਰਪਾ ਜਿਸ ਤੇ ਕਰੇ ਉਸੇ ਨੂੰ ਹੀ ਆਪਣਾ ਦਰਸ਼ਨ ਦਿੰਦਾ ਹੈ। ਸ਼ਲੋਕ ਦੱਖਣਾ। ਮਹਿਲਾ ਪੰਜਵਾਂ। ਭੋਰੀ ਭਰਮ ਮੰਜਾਏ, ਪਿਰੀ ਮੁਹੱਬਤ ਹਿੱਕ ਤੂੰ। ਜਿੱਥੋਂ ਵੰਝੈ ਜਾਏ, ਤਿਥਾਊ ਮੌਜੂਦ ਸੋਏ। ਵੰਜਾਏ ਤੋਂ ਭਾਵ ਦੂਰ ਕਰਨਾ, ਤੇ ਵੰਝੈ ਤੋਂ ਭਾਵ ਜਾਣਾ। ਗੁਰੂ ਜੀ ਕਹਿੰਦੇ, ਜੇ ਤੂੰ ਰੱਤਾ ਭਰ ਆਪਣੇ ਮਨ ਦੀ ਭਟਕਣਾ ਨੂੰ ਦੂਰ ਕਰਕੇ ਤੇ ਉਸ ਇੱਕ ਪ੍ਰਮਾਤਮਾ ਦੇ ਨਾਲ ਪ੍ਰੇਮ ਕਰੇ। ਭੋਰੀ ਭਰਮ ਵੰਜਾਏ, ਪਿਰੀ ਮੁਹੱਬਤ ਹਿੱਕ ਤੂੰ। ਜਿੱਥੋਂ ਵੰਝਾ ਜਾਏ, ਤਿਥਾਊ ਮੌਜੂਦ ਸੋਏ। ਤਾਂ ਤੂੰ ਜਿੱਥੇ ਜਾਏਗਾ ਤੈਨੂੰ ਪ੍ਰਮਾਤਮਾ ਉੱਥੇ ਹੀ ਹਾਜ਼ਰ ਦਿਸੇਗਾ। ਮਹਿਲਾ ਪੰਜਵਾਂ। ਚੜ੍ਹਕੈ ਘੋੜੜੇ ਕੁੰਦੇ ਪਕੜੈ, ਖੁੰਡੀ ਦੀ ਖਿਡਾਰੀ। ਹੰਸਾ ਸੇਤੀ ਚਿੱਤ ਉਲਾਸੈ, ਕੁੱਕੜ ਦੀ ਉਡਾਰੀ। ਦੋ ਉਦਾਹਰਨਾਂ ਗੁਰੂ ਜੀ ਨੇ ਇਹਨਾਂ ਪੰਕਤੀਆਂ ਦੇ ਵਿੱਚ ਪੇਸ਼ ਕੀਤੀਆਂ ਹਨ। ਇੱਕ ਤੇ ਇਹ ਕਿ ਕਈ ਮਨੁੱਖ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਖੇਡਣੀ ਤਾਂ ਖੂੰਡੀ ਦੀ ਖੇਡ ਆਉਂਦੀ ਹੈ, ਜਾਣੀ ਹਾਕੀ ਦੀ ਖੇਡ ਖੇਡਣੀ ਆਉਂਦੀ ਹੈ, ਪਰ ਕਰਦੇ ਉਹ ਕੀ ਹਨ? ਸੋਹਣੇ ਘੋੜਿਆਂ 'ਤੇ ਚੜ੍ਹ ਜਾਂਦੇ ਨੇ, ਬੰਦੂਕਾਂ ਦੇ ਹੱਥੇ ਆਪਣੇ ਹੱਥ ਵਿੱਚ ਫੜ ਲੈਂਦੇ ਨੇ। ਖੇਡਣੀ ਹਾਕੀ ਆਉਂਦੀ ਹੈ ਤੇ ਫੜ ਬੰਦੂਕਾਂ ਲੈਂਦੇ ਨੇ। ਦੂਜੀ ਜੋ ਉਦਾਹਰਣ ਹੈ ਉਹ ਇਹ, ਹੰਸਾ ਸੇਤੀ ਚਿੱਤ ਉਲਾਸਾ, ਕੁੱਕੜ ਦੀ ਉਡਾਰੀ। ਉਡਾਰੀ ਕੁੱਕੜ ਵਾਲੀ ਹੁੰਦੀ ਹੈ। ਸਭਨਾਂ ਨੂੰ ਸਾਨੂੰ ਪਤਾ ਹੈ ਜੋ ਕੁੱਕੜ ਹੈ ਉਹ ਉੱਡ ਸਕਦਾ ਹੈ, ਪਰ ਬਹੁਤੀ ਦੂਰ ਨਹੀਂ। ਛੋਟੀ ਜਿਹੀ ਛਲਾਂਗ ਲਗਾ ਸਕਦਾ, ਥੱਲੋਂ ਉੱਡ ਕੇ ਕੰਧ 'ਤੇ ਜਾ ਕੇ ਬੈਠ ਸਕਦਾ ਹੈ, ਪਰ ਜੇ ਕਵੇ ਕਿ ਇਸ ਪਿੰਡ ਦੇ ਇਸ ਕੋਨੇ ਤੋਂ ਦੂਜੇ ਕੋਨੇ ਤੱਕ ਵੀ ਜਾਣਾ ਹੋਵੇ ਤੇ ਕੁੱਕੜ ਉੱਡ ਕੇ ਨਹੀਂ ਜਾ ਸਕਦਾ। ਤੇ ਗੁਰੂ ਜੀ ਕਹਿੰਦੇ ਕੁਝ ਮਨੁੱਖ ਅਜਿਹੇ ਹੀ ਹੁੰਦੇ ਨੇ ਕਿ ਉਹਨਾਂ ਦੀ ਉਡਾਰੀ ਕੁੱਕੜ ਜਿੰਨੀ ਹੁੰਦੀ ਹੈ, ਤੇ ਹੰਸਾਂ ਜਿੰਨੀ ਉਡਾਰੀ ਲਾਉਣ ਦਾ ਆਪਣੇ ਮਨ ਨੂੰ ਉਤਸ਼ਾਹ ਦਿੰਦੇ ਨੇ। ਤੇ ਇਹਨਾਂ ਉਦਾਹਰਨਾਂ ਦੇ ਰਾਹੀਂ ਗੁਰੂ ਜੀ ਨੇ ਇੱਕ ਜੋ ਤੁਲਨਾਤਮਕ ਤਸਵੀਰ ਖਿੱਚੀ ਹੈ ਉਹ ਗੁਰਮੁਖ ਤੇ ਮਨਮੁਖ ਦੀ ਹੈ, ਕਿ ਜੋ ਮਨਮੁਖ ਹੈ ਉਹਦਾ ਮੋਹ ਦੁਨੀਆ ਦੇ ਵਿੱਚ ਹੈ ਤੇ ਚਾਹੁੰਦਾ ਮਨ ਦੀ ਤ੍ਰਿਪਤੀ ਹੈ, ਜੋ ਕਿ ਸੰਭਵ ਨਹੀਂ। ਜਿਵੇਂ ਕਿ ਇੱਕ ਹਾਕੀ ਖੇਡਣ ਵਾਲਾ ਬੰਦੂਕ ਚਲਾਉਣ ਦੀ ਉਨੀ ਸਮਰੱਥਾ ਨਹੀਂ ਰੱਖ ਸਕਦਾ, ਜਿਵੇਂ ਇੱਕ ਕੁੱਕੜ ਹੰਸ ਦੇ ਜਿੰਨੀ ਉਡਾਰੀ ਨਹੀਂ ਲਾ ਸਕਦਾ, ਉਵੇਂ ਹੀ ਇੱਕ ਮਨਮੁਖ ਮਨ ਦੀ ਉਹ ਅਵਸਥਾ ਹਾਸਲ ਨਹੀਂ ਕਰ ਸਕਦਾ ਜੋ ਗੁਰਮੁਖ ਹਾਸਲ ਕਰ ਸਕਦਾ ਹੈ। ਪੌੜੀ। ਰਸਨਾ ਉਚਰੈ ਹਰ ਸਰਵਣੀ ਸੁਣੈ, ਸੋ ਉਦਰੈ ਮਿੱਤਾ। ਹੇ ਮਿੱਤਰ,
ਜੋ ਮਨੁੱਖ ਜੀਭ ਨਾਲ ਹਰੀ ਨਾਮ ਉਚਾਰਦਾ ਹੈ ਤੇ ਕੰਨਾਂ ਦੇ ਨਾਲ ਹਰੀ ਨਾਮ ਸੁਣਦਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਹਰ ਜਸ ਲਿਖੈ ਲਾਏ ਭਾਵਨੀ, ਸੇ ਹਸਤ ਪਵਿੱਤਾ। ਉਹ ਹੱਥ ਪਵਿੱਤਰ ਹਨ ਜੋ ਸ਼ਰਧਾ ਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਲਿਖਦੇ ਹਨ। 68 ਤੀਰਥ ਮਜਨਾ, ਸਭ ਪੁੰਨ ਤਿਨ ਕੀਤਾ। ਤੇ ਅਜਿਹਾ ਜੋ ਮਨੁੱਖ ਹੈ ਜਿਹੜਾ ਆਪਣੇ ਹੱਥਾਂ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਲਿਖਦਾ ਹੋਵੇ, ਕੰਨਾਂ ਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਦਾ ਹੋਵੇ ਤੇ ਰਸਨਾ ਜਾਣੀ ਕਿ ਜੀਭ ਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਉਚਾਰਦਾ ਹੋਵੇ, ਉਹਦੇ 68 ਤੀਰਥਾਂ ਦੇ ਇਸ਼ਨਾਨ ਤੇ ਸਾਰੇ ਹੀ ਪੁੰਨ ਕਰਮ ਘਰੇ ਬੈਠੇ ਦੇ ਹੀ ਹੋ ਜਾਂਦੇ ਨੇ। ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ। ਉਹ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ ਤੇ ਮਾਇਆ ਦਾ ਕਿਲਾ ਜਿੱਤ ਲੈਂਦਾ ਹੈ। ਨਾਨਕ ਲੜ ਲਾਏ ਉਧਾਰਿਅਨ, ਦਉ ਸੇਵ ਅਮਿਤਾ। हे ਨਾਨਕ, ਐਸੇ ਬੇਅੰਤ ਪ੍ਰਭੂ ਨੂੰ ਸਿਮਰ ਜਿਸ ਨੇ ਆਪਣੇ ਲੜ ਲਾ ਕੇ ਅਨੇਕਾਂ ਜੀਵ ਬਚਾਏ ਹਨ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 322ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਕਿਵੇਂ ਜੇ ਮਨ ਨੂੰ ਟਿਕਾਉਣਾ ਹੈ ਤੇ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਹੀ ਟਿਕਾ ਸਕਦੇ ਹਾਂ। ਦੁਨੀਆ ਦੇ ਮੋਹ ਵਿੱਚ ਪੈ ਕੇ ਮਨ ਨੂੰ ਟਿਕਾਇਆ ਨਹੀਂ ਜਾ ਸਕਦਾ, ਤ੍ਰਿਪਤੀ ਹਾਸਲ ਨਹੀਂ ਕੀਤੀ ਜਾ ਸਕਦੀ ਤੇ ਤ੍ਰਿਪਤੀ ਤੋਂ ਬਿਨਾਂ ਤੜਫ ਹੀ ਤੜਫ ਹੈ ਇਸ ਸੰਸਾਰ ਦੇ ਵਿੱਚ। ਪ੍ਰਮਾਤਮਾ ਦੇ ਨਾਮ ਸਿਮਰਨ ਦੀ ਮਹਿਮਾ ਪੂਰੇ ਅੰਗ ਦੀ ਬਾਣੀ ਦੇ ਵਿੱਚ ਬਰਕਰਾਰ ਰਹੀ ਹੈ ਤੇ ਅਖੀਰ ਵੱਲ ਨੂੰ ਗੁਰੂ ਜੀ ਨੇ ਮਨਮੁਖ ਤੇ ਗੁਰਮੁਖ ਦੀ ਇੱਕ ਤੁਲਨਾਤਮਕ ਤਸਵੀਰ ਵੀ ਖਿੱਚੀ ਹੈ। ਸੋ ਉਮੀਦ ਕਰਦੇ ਹਾਂ ਕਿ ਨਾਮ ਸਿਮਰਨ ਦੀ ਇੰਨੀ ਮਹੱਤਤਾ ਜਾਣਨ ਤੋਂ ਬਾਅਦ ਅਸੀਂ ਹੋਰ ਵੀ ਦ੍ਰਿੜਤਾ ਦੇ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਕਰਾਂਗੇ, ਪ੍ਰਮਾਤਮਾ ਨੂੰ ਸਦਾ ਆਪਣੇ ਚੇਤਿਆਂ ਦੇ ਵਿੱਚ ਰੱਖਾਂਗੇ। ਇਸੇ ਹੀ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।